देखो जी स्टार्टिंग तो ही ਅਸੀਂ ਲਗਾਤਾਰ ਜਿਹੜੇ ਮਜ਼ਦੂਰਾਂ ਦੀ ਲੜਾਈ ਲੜ ਰਹੇ ਸੀਗੇ। ਲਗਾਤਾਰ ਜਿਹੜੀ ਕੁਇਕ ਰਿਸਪੌਂਸ ਟੀਮ ਆ ਉਹ ਹਮਲਾ ਕਰ ਰਹੀ ਸੀ। ਗੱਡੀ ਦੇ ਵਿੱਚ ਪਾ ਕੇ ਲੈ ਕੇ ਜਾ ਕੇ ਪਹਿਲਾਂ ਸੁਨਸਾਨ ਏਰੀਆ ਦੇ ਵਿੱਚ ਖੜਾ ਕਰਕੇ ਕੁੱਟਿਆ ਗਿਆ। ਉਸ ਤੋਂ ਬਾਅਦ ਕੁੰਡਲੀ ਦੀ ਥਾਣੇ ਵਿੱਚ ਜਾ ਕੇ ਕੁੱਟਿਆ ਗਿਆ। ਉਹਦੇ ਵਿੱਚ ਉੱਪਰ ਬੈਠ ਕੇ ਜ਼ਬਰਦਸਤੀ ਸਾਈਨ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪ੍ਰਾਈਵੇਟ ਪਾਰਟ 'ਤੇ ਵੀ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ, ਲੱਤ ਵਿੱਚ ਡੰਡੇ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹੋਈਆਂ ਅਰੈਸਟ ਹੋਣ ਤੋਂ 14 ਦਿਨ ਬਾਅਦ ਜਾ ਕੇ ਮੇਰਾ ਮੈਡੀਕਲ ਹੋਇਆ, ਉਹ ਵੀ ਕੋਰਟ ਦੇ ਆਰਡਰਾਂ ਦੇ ਨਾਲ। ਤੁਸੀਂ ਇਹ ਮੰਨਦੇ ਹੋ ਕਿਤੇ ਨਾ ਕਿਤੇ ਕਿਸਾਨੀ ਜਿਹੜਾ ਅੰਦੋਲਨ ਚੱਲ ਰਿਹਾ ਸੀ ਉਹਦੀ ਤੁਹਾਨੂੰ ਇੱਕ ਪੁਰਜ਼ੋਰ ਸਪੋਰਟ ਵੀ ਮਿਲੀ ਜਿਹਦੇ ਕਰਕੇ ਅੱਜ ਤੁਸੀਂ ਬਾਹਰ ਹੋ? ਜਿਹੜੀ ਸਰਕਾਰ ਆ ਪੁਲਿਸ ਦਾ ਟੂਲ ਆ, ਲਗਾਤਾਰ ਸਰਕਾਰ ਇਹਨੂੰ ਤਸ਼ੱਦਦ ਕਰਦੀ ਆ, ਲਗਾਤਾਰ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ, ਲਗਾਤਾਰ ਉਹਨਾਂ ਦਾ ਮਾਮਲਾ ਜਿਹੜਾ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ। ਮੂੰਹ ਤੇ ਕੱਪੜਾ ਬੰਨ੍ਹ ਕੇ ਦੋਨੋਂ ਤਰਫ ਤੇ ਮਤਲਬ ਪਿਸਟਲ ਰੱਖ ਕੇ ਉਹਨੂੰ ਫੜਿਆ ਗਿਆ ਸੀ। ਉਹਦੇ ਨਾਲ ਇੰਨਾ ਜ਼ਿਆਦਾ ਟੌਰਚਰ ਹੋਇਆ ਕਿਸੇ ਨੂੰ ਪਤਾ ਨਹੀਂ ਸ਼ਿਵ ਕੁਮਾਰ ਕਿੱਥੇ ਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਜੁੜ ਚੁੱਕੇ ਹੋ ਨੇਸ਼ਨ ਪੋਸਟ ਨਾਲ। ਇਸ ਵਕਤ ਅਸੀਂ ਮੁਠੱਡਾ ਮਹਾ ਰੈਲੀ ਦੇ ਵਿੱਚ ਖੜੇ ਹਾਂ ਜਿਹੜੀ ਕਿ ਜਲੰਧਰ ਜ਼ਿਲ੍ਹੇ ਦੇ ਵਿੱਚ ਹੋ ਰਹੀ ਹੈ। ਸੋ ਇਹ ਰੈਲੀਆਂ ਕਰਨ ਦਾ ਮਕਸਦ ਕੀ ਹੈ ਕਿ ਕਿਉਂਕਿ ਤੁਸੀਂ ਦੇਖਿਆ ਹੈਗਾ ਕਿ ਪਿਛਲੇ ਤਕਰੀਬਨ 100 ਦਿਨ ਤੋਂ ਉੱਪਰ ਹੋ ਚੁੱਕੇ ਨੇ ਦਿੱਲੀ ਦੇ ਵਿੱਚ ਕਿਸਾਨ ਜਥੇਬੰਦੀਆਂ ਕਿਸਾਨੀ ਧਰਨੇ ਨੂੰ ਲੈ ਕੇ ਬੈਠੀਆਂ ਹੋਏ ਨੇ। ਕਿਸਾਨੀ ਅੰਦੋਲਨ ਉਹ 3 ਕਾਲੇ ਕਾਨੂੰਨ ਰੱਦ ਕਰਾਉਣ ਵਾਸਤੇ, ਪਰ ਸਰਕਾਰ ਨੇ ਅੜੀ ਜਿਉਂ ਦੀ ਤਿਉਂ ਬਣਾਈ ਹੋਈ ਆ। ਪਰ ਉਸੇ ਅੰਦੋਲਨ ਦੇ ਵਿੱਚ ਇੱਕ ਨਾਇਕਾ ਬੜੇ ਵੱਡੇ ਲੈਵਲ ਤੇ ਉੱਪਰ ਕੇ ਆਈ ਆ ਜਿਸ ਦਾ ਨਾਮ ਨੌਦੀਪ ਕੌਰ ਹੈ। ਨੌਦੀਪ ਕੌਰ ਜਿਸ ਨਾਮ ਨੂੰ ਕੋਈ ਜਾਣਦਾ ਨਹੀਂ ਸੀ, ਪਰ ਅੱਜ ਮੇਰੇ ਖਿਆਲ ਪੂਰਾ ਵਰਲਡ ਨੌਦੀਪ ਕੌਰ ਨੂੰ ਜਾਣਦਾ। ਸੋ ਜਿਹੜੇ ਇਸ ਭਾਸ਼ਾ ਨੂੰ ਵੀ ਨਹੀਂ ਜਾਣਦੇ ਉਹ ਵੀ ਨੌਦੀਪ ਕੌਰ ਨੂੰ ਜਾਣਦੇ ਨੇ। ਵੱਡੀ ਗੱਲ ਕਿ ਸਾਡੇ ਜਿਹੜੇ ਆਪਾਂ ਕਹਿੰਦੇ ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਸੀਗੇ ਉਹਨਾਂ ਦੇ ਨਾਲ ਹੈਰਿਸ ਜੀ ਸੀ, ਉਹਨਾਂ ਦੀ ਭਤੀਜੀ ਨੇ ਵੀ ਟਵੀਟ ਕੀਤਾ ਸੀ ਇਹਨਾਂ ਵਾਸਤੇ। ਸਪੈਸ਼ਲ ਕਮਲਾ ਹੈਰਿਸ ਦੀ ਭਤੀਜੀ ਨੇ ਵੀ ਟਵੀਟ ਕੀਤਾ ਸੀ। ਸੋ ਇਹਦਾ ਮਤਲਬ ਹੈ ਕਿ ਨੌਦੀਪ ਕੌਰ ਅੱਜ ਕਿਸੇ ਪਹਿਚਾਣ ਦੀ ਮੁਹਤਾਜ ਨਹੀਂ। ਨੌਦੀਪ ਕੌਰ ਜੀ ਨਾਲ ਅਸੀਂ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਨੌਦੀਪ ਜੀ। ਸਤਿ ਸ਼੍ਰੀ ਅਕਾਲ। ਸੋ ਨੌਦੀਪ ਜੀ, ਜਾਣਨਾ ਚਾਹੁੰਦੇ ਹਾਂ ਕਿ ਤੁਹਾਡੀ ਫੈਮਿਲੀ ਦੇ ਵਿੱਚ ਕੌਣ ਕੌਣ ਨੇ ਅਤੇ ਤੁਸੀਂ ਉੱਥੇ ਜਦੋਂ ਗਏ ਹੋ ਅਸੀਂ ਕਹਿ ਦਈਏ ਰੈਲੀ ਦੇ ਵਿੱਚ, ਸੋ ਜਿੱਥੇ ਤੁਸੀਂ ਕੰਮ ਕਰਦੇ ਸੀ ਕੀ ਘਟਨਾਕ੍ਰਮ ਵਾਪਰਿਆ, ਕਦੋਂ ਤੋਂ ਤੁਸੀਂ ਕੰਮ ਕਰ ਰਹੇ ਸੀ? ਦੇਖੋ ਜੀ ਮੇਰੀ ਫੈਮਿਲੀ ਦੇ ਵਿੱਚ 4 ਭੈਣਾਂ 2 ਭਰਾ ਅਤੇ ਮੰਮੀ ਡੈਡੀ ਨੇ। ਜਦੋਂ ਮੈਂ ਲੋਕਡਾਊਨ ਹੋਇਆ ਸੀਗਾ ਉਦੋਂ ਮੈਂ ਦਿੱਲੀ ਵਿੱਚ ਸੀਗੀ, ਪਰ ਲੋਕਡਾਊਨ ਤੋਂ ਬਾਅਦ ਮੇਰੀ ਕਾਫੀ ਮਤਲਬ ਜੋਬ ਕਰਕੇ ਨਾ ਹੋਣ ਕਰਕੇ ਮੈਨੂੰ ਕਾਫੀ ਦਿੱਕਤਾਂ ਸਾਹਮਣੇ ਆ ਰਹੀਆਂ ਸੀ। ਮੇਰੇ ਪਾਪਾ ਦਾ ਕੰਮ ਜਿਹੜਾ ਰੁਕ ਗਿਆ ਸੀ, ਜਿਹਦੇ ਕਰਕੇ ਆਰਥਿਕ ਹਾਲਤ ਜਿਹੜੀ ਬਹੁਤ ਖਰਾਬ ਹੋ ਗਈ ਸੀ। ਤਾਂ ਮੈਨੂੰ ਕਿਹਾ ਗਿਆ ਕਿ ਵੀ ਤੁਸੀਂ ਕੰਮ ਕਰਨਾ ਹੈ, ਤੁਸੀਂ ਕੰਮ ਕਰੋ, ਕਿਉਂਕਿ ਮੇਰਾ ਲਗਾਤਾਰ ਰੁਝਾਨ ਆ ਜਿਹੜਾ ਲੋਕਾਂ ਦੇ ਲਈ ਰਹਿੰਦਾ ਹੈ। NRC ਮੂਵਮੈਂਟ ਵਿੱਚ ਲਗਾਤਾਰ ਮੈਂ ਐਕਟਿਵ ਰਹੀ ਕਿਉਂਕਿ ਮੈਂ ਕੰਮ ਛੱਡ ਕੇ ਇਹਨਾਂ ਕੰਮਾਂ ਦੇ ਵਿੱਚ ਜ਼ਿਆਦਾ ਪੈ ਜਾਂਦੀ ਸੀ। ਫਿਰ ਉਸ ਤੋਂ ਬਾਅਦ ਮੈਂ ਕਿਸਾਨ ਅੰਦੋਲਨ 3-4 ਮਹੀਨੇ ਪਹਿਲਾਂ ਮੈਂ ਇੱਥੇ ਆਈ ਸੀ ਹਰਿਆਣੇ ਦੇ ਵਿੱਚ ਕੁੰਡਲੀ ਦੇ ਵਿੱਚ। ਉੱਥੇ ਆ ਕੇ ਮੈਂ ਐਡਸਨ ਨਾਂ ਦੀ ਕੰਪਨੀ ਵਿੱਚ ਕੰਮ ਕਰਨਾ ਸ਼ੁਰੂ ਕੀਤਾ, ਜਿਹਦੇ ਵਿੱਚ ਹੈੱਡਫੋਨ ਅਤੇ ਲਾਈਟਸ ਵਗੈਰਾ ਬਣਦੀਆਂ ਸੀਗੀਆਂ। ਉਦੋਂ ਮੈਂ ਆ ਕੇ ਮਜ਼ਦੂਰ ਅਧਿਕਾਰ ਸੰਗਠਨ ਨੂੰ ਜੁਆਇਨ ਕੀਤਾ ਸੀਗਾ। ਉੱਥੇ ਜਿਹੜੀ ਮਹਿਲਾਵਾਂ ਦੀ ਜਿਹੜੀ ਸੈਲਰੀ ਆ ਉਹ 7,500 ਸੀ, ਪੁਰਸ਼ਾਂ ਦੀ ਸੈਲਰੀ 8,500 ਸੀਗੀ। ਨੌਦੀਪ ਜੀ, ਇਹ ਜਾਣਨਾ ਚਾਹੁੰਦਾ ਕਿ ਤੁਸੀਂ ਜਿੱਦਾਂ ਹੀ ਜੁਆਇਨ ਕੀਤਾ ਉਸੇ ਟਾਈਮ ਹੀ ਤੁਸੀਂ ਸੰਗਠਨ ਨੂੰ ਜੁਆਇਨ ਕਰ ਲਿਆ ਸੀਗਾ ਜਾਂ ਕੁਝ ਧੱਕੇਸ਼ਾਹੀਆਂ ਹੋ ਰਹੀਆਂ ਸੀ ਉਹਨੂੰ ਦੇਖ ਕੇ ਤੁਸੀਂ ਜੁਆਇਨ ਕੀਤਾ? ਹਾਂਜੀ, ਜਦੋਂ ਮੈਂ ਗਈ ਹਾਂ ਮੈਂ ਦੇਖਿਆ ਕਿ ਸੈਲਰੀ ਬਹੁਤ ਘੱਟ ਮਿਲ ਰਹੀ ਆ। ਮੇਰੇ ਕੁਝ ਕੁ ਦੋਸਤ ਸੀ ਜਿਹੜੇ ਦਿੱਲੀ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਸੀਗੇ, ਉਹਨਾਂ ਦੇ ਦੋਸਤਾਂ ਦੇ ਜ਼ਰੀਏ ਮੈਂ ਇੱਥੇ ਆਈ ਸੀ, ਉਹ ਸੰਗਠਨ ਵਿੱਚ ਕੰਮ ਕਰ ਰਹੇ ਸੀਗੇ। ਮੈਂ ਇਹ ਜਾਣਨਾ ਚਾਹੁੰਦਾ ਕਿ ਉਹ ਸੈਲਰੀ ਕਿੰਨੀ ਸੀ, ਕਿਉਂਕਿ ਤੁਹਾਨੂੰ ਕਾਨੂੰਨ ਦੇ ਬਾਰੇ ਵੀ ਪਤਾ ਹੋਏਗਾ ਵੀ ਸਰਕਾਰ ਵੱਲੋਂ ਕਿੰਨਾ ਮਾਪਦੰਡ ਤੈਅ ਕੀਤਾ ਗਿਆ ਵੀ ਡੇਲੀ ਵੇਜਸ ਕਿੰਨੇ ਹੋਣੇ ਚਾਹੀਦੇ ਨੇ। ਤੁਹਾਨੂੰ ਕੀ ਸੈਲਰੀ ਮਿਲਦੀ ਸੀ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਘੱਟ ਸੈਲਰੀ ਮਿਲਦੀ ਹੈ, ਵੀ ਜਿੱਥੇ ਲੋਕਾਂ ਦੇ ਨਾਲ ਮਜ਼ਦੂਰਾਂ ਦੀ ਹਿਊਮਿਲੇਸ਼ਨ ਹੋ ਰਹੀ ਸੀ, ਉਹਨਾਂ ਨਾਲ ਧੱਕੇਸ਼ਾਹੀ ਹੋ ਰਹੀ ਜੀ? ਸੈਲਰੀ ਵੈਸੇ ਹਰਿਆਣਾ ਸਰਕਾਰ ਨੇ ਤੈਅ ਕੀਤੀ ਹੈ 9,319 ਰੁਪਏ। ਜੇ ਦਿੱਲੀ ਦੇ ਵਿੱਚ 15 ਮਿੰਟ ਦੀ ਦੂਰੀ 'ਤੇ ਕੀਤਾ ਗਿਆ 14,000 8 ਘੰਟੇ ਦਾ, ਪਰ ਹਰਿਆਣਾ ਵਿੱਚ 9,000 ਹੀ ਤੈਅ ਕੀਤਾ ਗਿਆ, ਪਰ ਉਹ ਵੀ ਨਹੀਂ ਪੂਰਾ ਦਿੱਤਾ ਜਾਂਦਾ। ਜਦੋਂ ਮੈਂ ਐਡਸਨ ਕੰਪਨੀ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀਗਾ ਤਾਂ ਉਹਦੇ ਵਿੱਚ ਇਹ ਸੀਗਾ ਕਿ 7,500 ਔਰਤਾਂ ਨੂੰ ਮਿਲਦਾ ਸੀ, 8,500 ਮਿਲਦਾ ਸੀ ਔਰ ਮਰਦਾਂ ਨੂੰ, ਮਤਲਬ ਇੰਨਾ ਕੁ ਜ਼ਿਆਦਾ ਗੈਪ ਸੀਗਾ। ਸੋ ਉਹਦੇ ਵਿੱਚ ਮੈਂ ਇਹ ਵੀ ਜਾਣਨਾ ਚਾਹੁੰਦਾ ਕਿ ਤੁਹਾਡਾ ਕੋਈ ESI ਫੰਡ ਵੀ ਕੱਟ ਹੁੰਦਾ ਸੀ, PF ਵੀ ਕੱਟ ਹੁੰਦਾ ਸੀ, ਤੁਸੀਂ ਕੱਚੇ ਮਜ਼ਦੂਰ ਦੇ ਤੌਰ 'ਤੇ ਭਰਤੀ ਹੋਏ ਸੀ ਜਾਂ ਪੱਕੇ ਤੌਰ 'ਤੇ? ਉਹ ਕੀ ਸੀ ਉਹਦੀਆਂ ਕੰਡੀਸ਼ਨਸ? ਦੇਖੋ ਜੀ, ਠੇਕੇਦਾਰ ਦੇ ਤਰਫ ਤੋਂ ਮੈਂ ਲੱਗੀ ਸੀਗੀ, ਜਿਹਦੇ ਵਿੱਚ 1,000 ਠੇਕੇਦਾਰ ਹੀ ਖਾ ਲੈਂਦਾ ਹੈ, ਜਿਹਦੇ ਵਿੱਚ SI ਵਗੈਰਾ ਕੁਛ ਨਹੀਂ ਸੀ, PF ਕੱਟਦਾ ਸੀਗਾ ਅਤੇ ਉਹ ਵੀ ਮਤਲਬ ਕੱਟ ਕੁੱਟ ਕੇ ਸਾਨੂੰ ਮੁਸ਼ਕਿਲ ਨਾਲ 5-6 ਹਜ਼ਾਰ ਮਿਲਦਾ ਸੀਗਾ, ਅਤੇ ਉਹਦੇ ਵਿੱਚੋਂ ਪਹਿਲੀ ਸੈਲਰੀ ਤਾਂ ਠੇਕੇਦਾਰ ਖਾਂਦਾ ਸੀਗਾ। ਮਤਲਬ ਬਹੁਤ ਜ਼ਿਆਦਾ ਸ਼ੋਸ਼ਣ ਸੀਗਾ। ਲਗਾਤਾਰ ਦੇਖ ਰਹੇ ਸੀਗੇ ਅਸੀਂ, ਖੜ੍ਹੇ ਰਹਿ ਕੇ ਕੰਮ ਕਰਨਾ ਪੈਂਦਾ ਹੈ, ਉਂਗਲੀਆਂ ਛਿੱਲ ਜਾਂਦੀਆਂ ਨੇ। ਉਹ 15 ਮਿੰਟ ਤੱਕ ਬ੍ਰੇਕ ਦਿੰਦੇ, ਉਹਦੇ ਵਿੱਚ 5 ਮਿੰਟ ਜੇਕਰ ਤੁਸੀਂ ਲੇਟ ਹੁੰਦੇ ਤਾਂ ਅੱਧੀ ਸੈਲਰੀ ਤੁਹਾਡੀ ਕੱਟੀ ਜਾਂਦੀ ਹੈ, ਜੇਕਰ ਤੁਸੀਂ ਸੁਬਾਹ 5 ਮਿੰਟ ਵੀ ਲੇਟ ਹੋਣੇ ਤੁਹਾਡੀ ਸੈਲਰੀ ਕੱਟੀ ਜਾਊਗੀ। ਜਿਹੜੇ ਵਰਕਿੰਗ ਆਰ ਸੀ ਉਹ ਕਿੰਨੇ ਸੀਗੇ? ਸਵੇਰੇ ਕਿੰਨੇ ਵਜੇ ਤੁਸੀਂ ਸਟਾਰਟ ਕਰਦੇ ਸੀ ਜੌਬ? ਲੰਚ ਟਾਈਮ ਕਿੰਨੇ ਟਾਈਮ ਦਾ ਸੀਗਾ ਅਤੇ ਤੁਹਾਡਾ ਜਿਹੜਾ ਐਂਡ ਟਾਈਮ ਕਿੰਨੇ ਸੀ? ਟੋਟਲ ਵਰਕਿੰਗ ਆਰਸ ਕਿੰਨੇ ਸੀ? ਜੀ, ਸੁਬਾਹ 8 ਵਜੇ ਤੋਂ ਲੈ ਕੇ 6:30 ਵਜੇ ਤੱਕ ਅਸੀਂ ਕੰਮ ਕਰਦੇ ਸੀਗੇ, ਵਿੱਚੋਂ ਅੱਧਾ ਘੰਟਾ ਜਿਹੜਾ 1 ਤੋਂ 1.5 ਵਜੇ ਤੱਕ ਜਿਹੜਾ ਲੰਚ ਟਾਈਮ ਹੁੰਦਾ ਸੀਗਾ ਜੀ।
ਸੋ ਬਿਲਕੁਲ ਤੁਸੀਂ ਜਦੋਂ ਇਹ ਤੁਹਾਡੇ ਨਾਲ ਇਹ ਘਟਨਾਕ੍ਰਮ ਵਾਪਰਿਆ, ਤੁਸੀਂ ਇੱਕ ਲੀਡਰ ਦੇ ਤੌਰ ਤੇ ਉੱਥੇ ਉੱਭਰੇ ਹੋ, ਕਿਉਂਕਿ ਕਿਹਾ ਹੀ ਜਾਂਦਾ ਹੈ ਕਿ ਉੱਥੇ ਕਿ ਜਿਸ ਤਰੀਕੇ ਨਾਲ ਮਜ਼ਦੂਰਾਂ ਨਾਲ ਹਿਊਮਿਲੇਸ਼ਨ ਹੋ ਰਹੀ ਸੀ ਤੇ ਤੁਸੀਂ ਇੱਕ ਪੜ੍ਹੇ ਲਿਖੇ ਸੀ, ਤੁਸੀਂ ਆਪਣੇ ਰਾਈਟਸ ਨੂੰ ਸਮਝਿਆ ਤੇ ਉੱਥੇ ਆਵਾਜ਼ ਚੁੱਕੀ। ਸੋ ਐਟਲੀਸਟ ਕਿਤੇ ਨਾ ਕਿਤੇ ਐਜ਼ ਲੀਡਰ ਦੇ ਤੌਰ ਤੇ ਤੁਸੀਂ ਉੱਥੇ ਉੱਭਰੇ ਹੋ। ਸੋ ਤੁਹਾਨੂੰ ਡੋਮੀਨੇਟ ਕਰਨ ਵਾਸਤੇ ਉਹ ਫੈਕਟਰੀਆਂ ਨੇ ਇੱਕ ਜਿਹੜਾ ਨੈਕਸਸ ਬਣਾਇਆ ਹੋਇਆ, ਇਹ ਸਾਰਾ ਉਹਨਾਂ ਦਾ ਹੀ ਕਾਰਾ ਸੀਗਾ ਜਾਂ ਇਹ ਪੁਲਿਸ ਦਾ ਜਾਂ ਸਰਕਾਰ ਦਾ ਕਾਰਾ ਸੀ? ਦੇਖੋ ਜੀ, ਇਹ ਗੱਠਜੋੜ ਹੈ, ਅਸੀਂ ਇੱਕ ਨੂੰ ਦੋਸ਼ ਨਹੀਂ ਦੇ ਸਕਦੇ। ਸਾਡੇ ਸਮਾਜ ਦੇ ਵਿੱਚ ਇਹ ਗੱਠਜੋੜ ਬਣਾਇਆ ਹੋਇਆ ਹੈ ਜਿਹੜਾ ਸਾਨੂੰ ਤਰ੍ਹਾਂ ਤਰ੍ਹਾਂ ਤਰੀਕੇ ਦੇ ਨਾਲ ਦੇਖਣ ਨੂੰ ਸਾਹਮਣੇ ਆਉਂਦਾ ਹੈ। ਜਦੋਂ ਮੈਂ ਫੇਮ ਕੰਪਨੀ ਜੁਆਇਨ ਕੀਤੀ ਸੀ ਉਦੋਂ ਮੇਰੇ ਵੀ ਪੈਸੇ ਰੁਕੇ ਹੋਏ ਸੀ, ਮੇਰਾ ਵੇਤਨ ਨਹੀਂ ਸੀ ਮਿਲ ਰਿਹਾ। ਫਿਰ ਮਜ਼ਦੂਰ ਸੰਗਠਨ ਦੇ ਲੋਕ ਇਕੱਠਾ ਹੋ ਕੇ ਗਏ, ਮੇਰੇ ਵੇਤਨ ਦੇ ਲਾਇਆ ਸੀਗਾ। ਫਿਰ ਉਸ ਤੋਂ ਬਾਅਦ ਕਿਸਾਨ ਅੰਦੋਲਨ ਹੁੰਦਾ ਹੈ। ਪਹਿਲਾਂ ਜਦੋਂ ਅਸੀਂ ਪਰਚਾ ਵੀ ਬਣਦੇ ਸੀਗੇ, ਸਾਡੇ 'ਤੇ ਹਮਲਾ ਕੀਤਾ ਜਾਂਦਾ ਸੀਗਾ ਕੁਇਕ ਰਿਸਪੌਂਸ ਟੀਮ ਵੱਲੋਂ। ਕਿਹੜੇ ਪਰਚੇ ਵੰਡਦੇ ਸੀ? ਪਰਚਾ ਮਤਲਬ ਮਜ਼ਦੂਰਾਂ ਦੇ ਹੱਕਾਂ ਦੇ ਲਈ, ਕਿਉਂਕਿ ਸਾਡੀ ਵੇਤਨ ਆ ਜਿਹੜਾ ਪੂਰਾ ਨਹੀਂ ਮਿਲਦਾ ਸੀਗਾ। ਮਹਿਲਾ ਪੁਰਸ਼ ਦਾ ਵੇਤਨ ਬਰਾਬਰ ਨਹੀਂ ਹੈਗਾ, ਕਿਸੇ ਦੀ ਮੌਤ ਹੋ ਜਾਂਦੀ ਹੈ ਉਹਨੂੰ ਮੁਆਵਜ਼ਾ ਨਹੀਂ ਮਿਲਦਾ ਹੈਗਾ। ਉਹ ਚੀਜ਼ਾਂ ਨੂੰ ਉਹਨਾਂ ਮੰਗਾਂ ਨੂੰ ਲੈ ਕੇ ਅਸੀਂ ਪਰਚਾ ਜਦੋਂ ਵੰਡਦੇ ਸੀਗੇ, ਸਾਡੇ 'ਤੇ ਹਮਲਾ ਕੀਤਾ ਜਾਂਦਾ ਸੀ ਕਿ ਤੁਸੀਂ ਮਜ਼ਦੂਰਾਂ ਨੂੰ ਭੜਕਾ ਰਹੇ ਹੋ। ਇਹ ਕਹਿਣ ਦਾ ਮਤਲਬ ਹੈ ਕਿ ਜੇ ਤੁਸੀਂ ਕਹਿ ਰਹੇ ਹੋ ਕਿ ਮੌਤ ਹੋ ਜਾਂਦੀ ਤਾਂ ਇਹਦਾ ਮਤਲਬ ਹੈ ਕਿ ਕਿਸੇ EMPLOYE ਦੀ ਇੰਸ਼ੋਰੈਂਸ ਨਹੀਂ ਹੁੰਦੀ, ਕਿਉਂਕਿ ਭਾਰਤ ਦੇ ਕਾਨੂੰਨ ਦੇ ਮੁਤਾਬਕ ਕਿਸੇ ਵੀ ਫੈਕਟਰੀ ਦੇ ਵਿੱਚ ਅਗਰ ਕੋਈ ਮਜ਼ਦੂਰ ਕੰਮ ਕਰਦਾ ਤਾਂ ਉਹਨਾਂ ਦੀ ਗਰੁੱਪ ਇੰਸ਼ੋਰੈਂਸ ਹੁੰਦੀ ਆ। ਉਹਦੇ ਨਾਲ ਕੋਈ ਘਟਨਾਕ੍ਰਮ ਐਕਸੀਡੈਂਟ ਹੋ ਜਾਵੇ ਜਾਂ ਐਕਸੀਡੈਂਟ ਦੇ ਨਾਲ ਕੋਈ ਦੌਰਾਨ ਡੈਥ ਵੀ ਹੋ ਜਾਂਦੀ ਆ ਤਾਂ ਉਹਦੀ ਫੈਮਿਲੀ ਨੂੰ ਕੰਪਨਸੇਸ਼ਨ ਮਿਲਦੀ ਹੈ ਤੇ ਡਿਊਰਿੰਗ ਐਕਸੀਡੈਂਟ ਉਹਨੂੰ ਵੀ ਕੰਪਨਸੇਸ਼ਨ ਮਿਲਦੀ। ਸੋ ਉਹ ਚੀਜ਼ਾਂ ਕੁਝ ਨਹੀਂ ਸੀ ਮਿਲਦੀਆਂ। ਬਿਲਕੁਲ ਨਹੀਂ। ਬਹੁਤ ਸਾਰੇ ਮਜ਼ਦੂਰ ਸੀਗੇ ਜਿਨ੍ਹਾਂ ਦੇ ਕਿਸੇ ਦਾ ਪਤੀ ਮਰ ਜਾਂਦਾ ਹੈ, ਕਿਸੇ ਦਾ ਪਤਨੀ ਮਰ ਜਾਂਦੀ ਹੈ, ਕਿਸੇ ਦਾ ਕੋਈ ਮਰ ਜਾਂਦਾ ਹੈ, ਉਹਨਾਂ ਨੂੰ ਕੁਝ ਵੀ ਨਹੀਂ ਮਿਲਦਾ। ਹਾਲਾਂਕਿ 2 ਉਂਗਲਾਂ ਕੱਟਣ ਦੇ ਵੀ 2 ਲੱਖ ਰੁਪਏ ਮਿਲਦੇ ਨੇ। ਉਹ ਲੇਬਰ ਕੋਰਟ ਦੀ ਲੜਾਈ ਜਿਹੜੇ ਸ਼ਿਵ ਕੁਮਾਰ ਲਗਾਤਾਰ ਲੜ ਰਹੇ ਸੀਗੇ, ਉਹਦੇ ਵੀ 2 ਲੱਖ ਰੁਪਏ ਮਿਲਿਆ 2 ਉਂਗਲਾਂ ਕੱਟਣ ਦੇ ਵੀ। ਪਰ ਉੱਥੇ ਪੂਰਾ ਦਾ ਪੂਰਾ ਬੰਦਾ ਹੀ ਮਰ ਜਾਂਦਾ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ। ਪਰਿਵਾਰ ਜਿਹੜਾ ਠੇਡੇ ਖਾਂਦਾ ਇੱਧਰ ਤੋਂ ਤੁਰਿਆ ਫਿਰਦਾ, ਕੋਈ ਫਰਕ ਨਹੀਂ ਪੈਂਦਾ ਉਹਨਾਂ ਨੂੰ। ਮਤਲਬ ਕੁਛ ਨਹੀਂ ਸੀ ਮਿਲਦਾ, ਕੋਈ ਮੁਆਵਜ਼ਾ ਨਹੀਂ ਮਿਲਦਾ। ਜਿਹਦੀ ਲੜਾਈ ਅਸੀਂ ਲੜ ਰਹੇ ਸੀਗੇ, ਵੇਤਨ ਦੀ ਲੜਾਈ ਲੜ ਰਹੇ ਸੀ, ਕੰਮ ਕਰਵਾਉਣ ਤੋਂ ਬਾਅਦ ਪੈਸੇ ਨਹੀਂ ਮਜ਼ਦੂਰਾਂ ਨੂੰ ਮਿਲਦੇ ਹੈਗੇ, ਤੇ ਇਹ ਲੜਾਈ ਅਸੀਂ ਲਗਾਤਾਰ ਦੇਖੀ ਹੈ। ਸੋ ਮੈਂ ਜਾਣਨਾ ਚਾਹੁੰਦਾ ਕਿ ਜਿਸ ਦਿਨ ਪਹਿਲੀ ਵਾਰ ਤੁਹਾਡੇ ਤੇ ਇੱਕ FIR ਲੌਜ ਹੋਈ ਹੈ, ਉਸ FIR ਦੇ ਦੌਰਾਨ ਤੁਹਾਡੇ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ, ਤੁਹਾਡੀ ਕੋਈ ਅਰੈਸਟ ਨਹੀਂ ਪਾਈ ਜਾਂਦੀ, ਪਰ ਉਸ ਤੋਂ ਬਾਅਦ ਲਗਾਤਾਰ FIR ਦਰਜ ਹੁੰਦੀਆਂ ਜਿਹਦੇ ਵਿੱਚ 307 ਵਰਗੀ ਧਾਰਾ ਤੁਹਾਡੇ ਤੇ ਲਾਈ ਜਾਂਦੀ ਹੈ। ਤੁਹਾਨੂੰ ਜ਼ਬਰਦਸਤੀ ਬਿਨਾਂ ਮਹਿਲਾ ਪੁਲਿਸ ਤੋਂ ਉੱਥੋਂ ਅਰੈਸਟ ਕੀਤਾ ਜਾਂਦਾ ਹੈ। ਸੋ ਜਿਹੜੇ ਪੁਰਸ਼ ਜਿਹੜੇ ਪੁਲਿਸ ਦੇ ਮੁਲਾਜ਼ਮ ਨੇ ਉਹ ਤੁਹਾਡੇ ਨਾਲ ਕੁੱਟਮਾਰ ਵੀ ਕਰਦੇ ਨੇ, ਜਦ ਕਿ ਜੋ ਕਿ ਕਾਨੂੰਨ ਦੀ ਟੋਟਲ ਉਲੰਘਣਾ ਹੈ। ਸੋ ਇਹ ਜਿਹੜੀ ਪਹਿਲੀ ਜਿਹੜੀ FIR ਹੋਈ ਸੀ ਉਹ ਕਿਉਂ ਹੋਈ ਸੀ ਤੇ ਉਸ ਤੋਂ ਬਾਅਦ ਇਹ ਘਟਨਾਕ੍ਰਮ ਕਿਉਂ ਹੋਏ ਨੇ? ਜੀ ਦੇਖੋ ਜੀ, ਸਟਾਰਟਿੰਗ ਤੋਂ ਹੀ ਅਸੀਂ ਲਗਾਤਾਰ ਜਿਹੜੇ ਮਜ਼ਦੂਰਾਂ ਦੀ ਲੜਾਈ ਲੜ ਰਹੇ ਸੀਗੇ। ਲਗਾਤਾਰ ਜਿਹੜੀ ਕੁਇਕ ਰਿਸਪੌਂਸ ਟੀਮ ਆ ਉਹ ਹਮਲਾ ਕਰ ਰਹੀ ਸੀ, ਪਰ ਜਦੋਂ ਕੁਇਕ ਰਿਸਪੌਂਸ ਟੀਮ ਕਮਜ਼ੋਰ ਪੈਂਦੀ ਤਾਂ ਪੁਲਿਸ ਆ ਕੇ ਉਹਨਾਂ ਦਾ ਪੱਖ ਪੂਰਦੀ ਆ। ਉਸ ਤੋਂ ਬਾਅਦ ਪੁਲਿਸ ਨੇ ਸਾਡੇ ਹੀ ਖਿਲਾਫ ਪਰਚੇ ਦਰਜ ਕੀਤੇ, ਉਹਨਾਂ ਨੇ ਗੋਲੀ ਚਲਾਈ। ਅਸੀਂ FIR ਦਰਜ ਕਰਵਾਉਣ ਗਏ, FIR ਸਾਡੇ ਖਿਲਾਫ ਦਰਜ ਕੀਤੀ ਗਈ, ਉਹਨਾਂ ਦੇ ਖਿਲਾਫ ਕੋਈ FIR ਦਰਜ ਨਹੀਂ ਹੁੰਦੀ। ਅਸੀਂ SP ਨੂੰ ਲੈਟਰ ਲਿਖਦੇ ਹਾਂ, ਉਹਦਾ ਕੋਈ ਪਤਾ ਨਹੀਂ ਲੱਗਦਾ ਹੈਗਾ। ਪਰ ਉਸ ਤੋਂ ਬਾਅਦ ਕਿਸਾਨ ਅੰਦੋਲਨ ਵਿੱਚ ਅਸੀਂ ਲਗਾਤਾਰ ਬੈਠੇ ਸੀਗੇ। ਉਹ ਟਾਰਗੇਟ ਕਰਦੇ ਹੋਏ ਜਾਣਬੁੱਝ ਕੇ ਧਾਰਾ ਲਗਾਈਆਂ ਗਈਆਂ ਤਾਂ ਕਿ ਅਸੀਂ ਜੇਲ੍ਹ ਵਿੱਚ ਬੰਦ ਹੋ ਕੇ ਆਵਾਜ਼ ਨੂੰ ਦਬਾਇਆ ਜਾ ਸਕੇ। ਸੋ ਤੁਹਾਡੇ ਨਾਲ ਕੋਈ ਹਿਊਮਿਲੇਸ਼ਨ ਜਿਹੜੀ ਆ ਦੌਰਾਨ ਜਿਹੜੀ ਜੇਲ੍ਹ ਦੇ ਵਿੱਚ ਵੀ ਤੁਹਾਡੇ ਨਾਲ ਬਹੁਤ ਸਾਰੀ ਹਿਊਮਿਲੇਸ਼ਨਸ ਹੋਈ ਆ? ਜੀ ਦੇਖੋ ਜੀ, ਜੇਲ੍ਹ ਦੇ ਵਿੱਚ ਵੀ ਮਤਲਬ ਮੈਨੂੰ ਕੋਈ ਮੈਡੀਕਲ ਨਹੀਂ ਸੀ ਹੋਇਆ। ਮੈਨੂੰ ਇੰਨਾ ਬੋਏ ਤੱਕ ਟੌਰਚਰ ਹੋਇਆ, ਮੇਰਾ ਮੈਡੀਕਲ ਨਹੀਂ ਹੋਇਆ। ਜੇਲ੍ਹ ਦੇ ਵਿੱਚ ਵੀ ਕੋਈ ਮੈਡੀਕਲ ਨਹੀਂ ਹੋਇਆ ਸੀਗਾ। ਤਾਂ ਇਹ ਲਗਾਤਾਰ ਦੇਖ ਰਹੇ ਹਾਂ ਕਿ ਇੱਕ ਇਨਸਾਨ ਨਹੀਂ, ਹਮੇਸ਼ਾ ਹੋਰ ਇਨਸਾਨਾਂ ਨਾਲ ਵੀ ਹੋ ਰਿਹਾ ਹੈ ਲਗਾਤਾਰ। ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਬੀਇੰਗ ਇੱਕ ਫੀਮੇਲ ਹੋਣ ਦੇ ਨਾਤੇ ਇਸ ਟਾਈਮ ਜੋ ਲੋਕ ਔਰਤਾਂ ਨਾਲ ਹਿਊਮਿਲੇਸ਼ਨ ਹੋ ਰਹੀ ਆ, ਸੋ ਉਹਦੇ ਲਈ ਕੀ ਮੈਸੇਜ ਦੇਣਾ ਚਾਹੁੰਦੇ ਹੋ ਪੂਰੇ ਦੇਸ਼ ਦੀਆਂ ਮਹਿਲਾਵਾਂ ਨੂੰ? ਕਿਉਂਕਿ ਦੇਖਿਆ ਕਮਲਾ ਹੈਰਿਸ ਦੀ ਭਤੀਜੀ ਤੇ ਕਮਲਾ ਹੈਰਿਸ ਨੇ ਵੀ ਤੁਹਾਡੇ ਹੱਕ ਦੇ ਵਿੱਚ ਕਿਤੇ ਨਾ ਕਿਤੇ ਟਵੀਟ ਕੀਤੇ, ਸੋ ਤੁਹਾਨੂੰ ਸਪੋਰਟ ਕੀਤੀ, ਤੇ ਤੁਸੀਂ ਪੂਰੇ ਦੇਸ਼ ਨੂੰ ਕੀ ਮੈਸੇਜ ਦੇਣਾ? ਦੇਖੋ ਜੀ, ਮੈਂ ਮੈਸੇਜ ਇਹੀ ਦੇਣਾ ਚਾਹਾਂਗੀ ਕਿ ਜੋ ਵੀ ਲੋਕ ਦੇਖ ਰਹੇ ਨੇ, ਸਿਰਫ ਸਾਡੀ ਲੜਾਈ ਨਹੀਂ ਹੈ ਜਾਂ ਸਿਰਫ ਉਹਨਾਂ ਲੋਕਾਂ ਦੀ ਲੜਾਈ ਨਹੀਂ ਜਿਹੜੇ ਅੱਜ ਬਾਰਡਰ ਤੇ ਬੈਠੇ ਨੇ। ਹਰ ਇੱਕ ਇਨਸਾਨ ਦੀ ਲੜਾਈ, ਜਦ ਤੱਕ ਹਰ ਇੱਕ ਇਨਸਾਨ ਨਿਕਲ ਕੇ ਬਾਹਰ ਨਹੀਂ ਆਊਗਾ, ਮਹਿਲਾਵਾਂ ਨਿਕਲ ਕੇ ਬਾਹਰ ਨਹੀਂ ਆਉਣਗੀਆਂ ਤਾਂ ਸਾਡੀ ਮੁਕਤੀ ਦੀ ਨਹੀਂ ਹੋ ਸਕਦੀ। ਸਾਡਾ ਅੰਦੋਲਨ ਨਹੀਂ ਜਿੱਤਿਆ ਜਾ ਸਕਦਾ। ਨੌਜਵਾਨਾਂ ਨੂੰ ਖਾਸ ਤੌਰ 'ਤੇ ਅਪੀਲ ਕਰਦੇ ਹਾਂ ਕਿ ਨੌਜਵਾਨ ਵੀ ਬਾਹਰ ਆਉਣ ਤਾਂ ਕਿ ਅਸੀਂ ਆਪਦੇ ਜੰਗ ਨੂੰ ਜਿੱਤ ਸਕੀਏ। ਨਵਦੀਪ ਜੀ, ਜਿਸ ਤਰ੍ਹਾਂ ਆਪਾਂ ਗੱਲਬਾਤ ਕਰ ਰਹੇ ਸੀਗੇ, ਤੁਸੀਂ ਕਿਸ ਤਰੀਕੇ ਨਾਲ ਮਜ਼ਦੂਰਾਂ ਦੇ ਨਾਲ ਧੱਕਾਸ਼ਾਹੀ ਹੋ ਰਹੀ ਆ, ਉਹਨਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ, ਸਭ ਕੁਝ ਹੈ। ਸੋ ਉਹਦੇ ਵਿੱਚ ਇਹ ਜਾਣਨਾ ਚਾਹੁੰਦੇ ਕਿ ਤੁਹਾਡੇ ਨਾਲ ਜਦੋਂ ਇਹ ਤੁਹਾਨੂੰ ਅਰੈਸਟ ਕੀਤਾ ਗਿਆ, ਤੁਹਾਡੇ ਤੇ FIR ਦਰਜ ਕੀਤੀਆਂ ਗਈਆਂ, ਉਸ ਤੋਂ ਬਾਅਦ ਤੁਹਾਡੇ ਨਾਲ ਕੀ ਕੀ ਤਸ਼ੱਦਦ ਹੋਇਆ ਜੋ ਕਦੀ ਸੋਚਿਆ ਨਹੀਂ ਕਦੀ ਵੀ ਕਿਸੇ ਨੇ ਵੀ? ਅਸੀਂ ਸੁਣਿਆ ਸੋਸ਼ਲ ਮੀਡੀਆ ਤੇ, ਅਸੀਂ ਹਰ ਇੱਕ ਚੀਜ਼ ਨੂੰ ਕਵਰ ਵੀ ਕੀਤਾ। ਸੋ ਉਹ ਜਾਣਨਾ ਚਾਹੁੰਦੇ ਕਿਉਂਕਿ ਹਰ ਇੱਕ ਦੇ ਮਨ 'ਚ ਸਵਾਲ ਨੇ ਕਿ ਤੁਹਾਡੇ ਨਾਲ ਉੱਥੇ ਸਰੀਰਕ ਸ਼ੋਸ਼ਣ ਵੀ ਹੋਇਆ, ਜਿਹਦੀ ਗੱਲਬਾਤ ਵੀ ਹੋਈ। ਸੋ ਕੀ ਕੀ ਘਟਨਾਕ੍ਰਮ ਹੋਇਆ ਤੇ ਤੁਸੀਂ ਉਹਦੀ ਆਵਾਜ਼ ਬਾਅਦ ਵਿੱਚ ਕੋਰਟ ਦੇ ਵਿੱਚ ਚੱਕੀ ਜਾਂ ਤੁਹਾਡੇ ਪੇਰੈਂਟਸ ਨੇ, ਤੁਹਾਡੀ ਫੈਮਿਲੀ ਨੇ ਚੱਕੀ? ਦੇਖੋ ਜੀ, ਜਦੋਂ ਮੈਨੂੰ ਅਰੈਸਟ ਕੀਤਾ ਗਿਆ ਤਾਂ ਬਿਨਾਂ ਲੇਡੀਜ਼ ਕਾਂਸਟੇਬਲ ਤੋਂ ਫੜਿਆ ਗਿਆ, ਜਿਹਦੇ 4-5 ਪੁਲਿਸ ਵਾਲਿਆਂ ਵੱਲੋਂ ਜ਼ਬਰਦਸਤੀ ਫੜ ਕੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਸੀਗੇ। ਜਦੋਂ ਮੈਨੂੰ ਗਵਾਲਾਂ ਤੋਂ ਫੜ ਕੇ ਜਾਂ ਗਲੇ ਤੋਂ ਫੜ ਕੇ, ਤਾਂ ਲੋਕਾਂ ਨੇ ਮੈਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ, ਜਿਹਦੇ ਵਿੱਚ ਪੁਲਿਸ 'ਤੇ ਹਮਲਾ ਵੀ ਕੀਤਾ ਗਿਆ, ਜਿਹਨੂੰ ਉਹਨਾਂ ਨੇ 307 ਬਣਾਇਆ ਗਿਆ ਸੀਗਾ। ਪਰ ਉਸ ਤੋਂ ਬਾਅਦ ਮੈਨੂੰ ਇੱਕ ਗੱਡੀ ਦੇ ਵਿੱਚ ਪਾ ਕੇ ਲੈ ਕੇ ਜਾ ਕੇ ਪਹਿਲਾਂ
ਸੁਨਸਾਨ ਏਰੀਏ ਦੇ ਵਿੱਚ ਖੜਾ ਕਰਕੇ ਕੁੱਟਿਆ ਗਿਆ। ਉਸ ਤੋਂ ਬਾਅਦ ਕੁੰਡਲੀ ਦੇ ਥਾਣੇ ਵਿੱਚ ਲਿਜਾ ਕੇ ਕੁੱਟਿਆ ਗਿਆ। ਉਹਦੇ ਵਿੱਚ ਉੱਪਰ ਬੈਠ ਕੇ ਜ਼ਬਰਦਸਤੀ ਸਾਈਨ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪ੍ਰਾਈਵੇਟ ਪਾਰਟ 'ਤੇ ਵੀ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ, ਲੱਤ ਵਿੱਚ ਡੰਡੇ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮਤਲਬ ਲਗਾਤਾਰ ਅਟੈਕ ਕੀਤਾ ਜਾਂਦਾ। ਤਾਂ ਉਹ ਅਟੈਕ ਕਰਨ ਤੋਂ ਬਾਅਦ ਜਦੋਂ ਮੈਂ ਤੋਂ ਚੱਲਿਆ ਵੀ ਨਹੀਂ ਸੀ ਜਾ ਰਿਹਾ, ਹਸਪੀਟਲ ਵਿੱਚ ਲੈ ਕੇ ਗਏ ਪਰ ਮੇਰਾ ਮੈਡੀਕਲ ਨਹੀਂ ਕਰਵਾਇਆ, ਸਿਰਫ ਚੱਕਰ ਕਢਵਾ ਕੇ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ। ਤਾਂ ਉਸ ਤੋਂ ਬਾਅਦ ਜਦੋਂ ਮੇਰੇ ਘਰ ਦੇ ਬਹੁਤ ਮਿਹਨਤਾਂ ਕਰਨ ਤੋਂ ਬਾਅਦ ਮੈਨੂੰ ਮਿਲਦੇ ਆ ਤਾਂ ਮੈਂ ਕਿਹਾ ਕਿ ਮੇਰਾ ਮੈਡੀਕਲ ਨਹੀਂ ਹੋਇਆ, ਮੈਨੂੰ ਦਵਾਈ ਦੀ ਜ਼ਰੂਰਤ ਆ, ਮੇਰੇ ਕਾਫੀ ਚੋਟਾਂ ਨੇ। ਤਾਂ ਉਸ ਤੋਂ ਬਾਅਦ ਕੋਰਟ ਤੋਂ ਆਰਡਰ ਲੈਣ ਤੋਂ ਬਾਅਦ 14 ਦਿਨ ਬਾਅਦ ਜਾ ਕੇ ਜਿਹੜਾ ਮੇਰੇ ਮੈਡੀਕਲ ਹੁੰਦਾ ਹੈ ਉਦੋਂ ਮੈਂ ਕਾਫੀ ਹੱਦ ਤੱਕ ਠੀਕ ਹੋ ਗਈ ਸੀਗੀ। ਕੋਰਟ ਦੇ ਆਰਡਰ ਆਉਣ ਤੋਂ 14 ਦਿਨ ਬਾਅਦ 'ਚ ਜਾਂ ਮਤਲਬ 14 ਦਿਨ ਬਾਅਦ 'ਚ ਕੋਰਟ ਨੇ ਆਰਡਰ ਕੀਤਾ? ਨਹੀਂ, 14 ਦਿਨ ਮਤਲਬ ਜਦੋਂ ਮੈਂ ਬੋਲਿਆ ਸੀਗਾ ਮੇਰਾ ਮੈਡੀਕਲ ਨਹੀਂ ਹੋਇਆ ਤਾਂ ਉਹ ਐਪਲੀਕੇਸ਼ਨ ਲਗਾਈ ਗਈ। ਜਿਹੜਾ 14 ਦਿਨ ਬਾਅਦ ਮੈਨੂੰ ਤਰੀਕ ਮਿਲੀ ਹੈਗੀ 25 ਤਰੀਕ, ਉਸ ਤੋਂ ਬਾਅਦ ਮੈਂ 14 ਦਿਨ ਬਾਅਦ ਮਤਲਬ ਜਦੋਂ ਮੈਂ ਅਰੈਸਟ ਹੋਈ ਹਾਂ, ਅਰੈਸਟ ਹੋਣ ਤੋਂ 14 ਦਿਨ ਬਾਅਦ ਜਾ ਕੇ ਮੇਰਾ ਮੈਡੀਕਲ ਹੋਇਆ, ਉਹ ਵੀ ਕੋਰਟ ਦੇ ਆਰਡਰਾਂ ਦੇ ਨਾਲ। ਉਸ ਮੈਡੀਕਲ ਰਿਪੋਰਟ ਦੇ ਵਿੱਚ ਤੁਹਾਡੀਆਂ ਸੱਟਾਂ ਜਿਹੜੀਆਂ ਵਾ ਜਿੱਦਾਂ ਤੁਸੀਂ ਦੱਸ ਰਹੇ ਹੋ ਵੀ ਤੁਹਾਡਾ ਸਰੀਰਕ ਸ਼ੋਸ਼ਣ ਹੋਇਆ, ਉਹ ਸਾਰੀਆਂ ਸੱਟਾਂ ਵੀ ਆਈਆਂ ਹੀ ਹੋਣਗੀਆਂ? ਬਿਲਕੁਲ, ਕੁਛ ਕੁ ਸੱਟਾਂ ਮੇਰੇ ਕੋਲ ਠੀਕ ਹੋ ਗਈਆਂ ਸੀ ਪਰ ਕੁਛ ਜਿਹੜੇ ਨਿਸ਼ਾਨ ਉਹ ਬਾਕੀ ਰਹਿ ਗਏ ਸੀ, ਜਿਹੜੀਆਂ ਉਹ ਮੈਡੀਕਲ ਰਿਪੋਰਟ ਦੇ ਵਿੱਚ ਆਈਆਂ ਨੇ। ਜਿਹੜੀਆਂ ਗੁੰਮ ਚੋਟਾਂ ਉਹ ਕਹਿੰਦੇ ਸੀ ਲਿਖ ਨਹੀਂ ਸਕਦੇ, ਗੁੰਮ ਚੋਟਾਂ ਨਹੀਂ ਲਿਖੀਆਂ ਗਈਆਂ ਸੀਗੀਆਂ। ਸੋ ਤੁਸੀਂ ਇਹ ਮੰਨਦੇ ਹੋ ਵੀ ਕਿਤੇ ਨਾ ਕਿਤੇ ਸਰਕਾਰ ਨੇ ਤੇ ਸਰਕਾਰੀ ਤੰਤਰ ਨੇ ਵੀ ਤੁਹਾਡਾ ਰੱਜ ਕੇ ਸ਼ੋਸ਼ਣ ਕੀਤਾ? ਕਿਉਂਕਿ ਚਾਹੇ ਕਿਸੇ ਨੂੰ ਵੀ ਅਰੈਸਟ ਕੀਤਾ ਜਾਂਦਾ ਕਿਸੇ ਵੀ ਜੁਰਮ 'ਚ ਹੋਵੇ, ਪਰ ਉਹਦਾ ਸਭ ਤੋਂ ਪਹਿਲਾਂ ਅਰੈਸਟ ਕਰਨ ਜੇਲ੍ਹ ਭੇਜਣ ਤੋਂ ਪਹਿਲਾਂ ਉਹਦਾ ਮੈਡੀਕਲ ਹੁੰਦਾ। ਪਹਿਲਾ ਮੈਡੀਕਲ ਹੋਣਾ ਐਂਡ ਜੇ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਦਾ ਸਰੀਰਕ ਸ਼ੋਸ਼ਣ ਹੋਇਆ ਸੀ ਤਾਂ ਉਹਦਾ ਮੈਡੀਕਲ ਹੋਣਾ ਵੀ ਜ਼ਰੂਰੀ ਸੀ। ਪਰ ਇਹਦੇ ਵਿੱਚ ਵੀ ਸਰਕਾਰ ਨੇ ਕੁਤਾਹੀ ਵਰਤੀ 14 ਦਿਨ ਤਾਂ ਕਿ ਉਹ ਜਿਹੜੀਆਂ ਸੱਟਾਂ ਨੇ ਉਹਨਾਂ ਦੇ ਨਿਸ਼ਾਨ ਖਤਮ ਹੋ ਜਾਣ। ਤੁਸੀਂ ਮੰਨਦੇ ਹੋ ਇਸ ਗੱਲ ਨੂੰ? ਬਿਲਕੁਲ ਜੀ, 14 ਦਿਨ ਬਾਅਦ ਤੱਕ ਤਾਂ ਮੇਰੇ ਕਾਫੀ ਨਿਸ਼ਾਨ ਠੀਕ ਹੋ ਗਏ ਸੀ, ਬਹੁਤ ਥੋੜੇ ਨਿਸ਼ਾਨ ਰਹਿ ਗਏ ਸੀਗੇ। ਉਹ ਹੀ ਨਿਸ਼ਾਨ ਮੈਡੀਕਲ 'ਚ ਆ ਪਾਏ ਪਰ ਉਹਨਾਂ ਦਾ ਪੂਰਾ ਇਹੀ ਸੀਗਾ ਕਿ ਮੈਡੀਕਲ ਨਾ ਕਰਵਾਇਆ ਜਾਵੇ, ਜਦੋਂ ਠੀਕ ਹੋ ਗਈ ਤਾਂ ਅਸੀਂ ਸਾਬਤ ਕਰ ਪਾਵਾਂਗੇ ਕਿ ਅਸੀਂ ਕੁਝ ਨਹੀਂ ਕੀਤਾ ਹੈਗਾ। ਕਿਉਂਕਿ ਲਗਾਤਾਰ ਤੋਂ ਬਾਹਰ ਵੀ ਇਹੀ ਕਿਹਾ ਜਾ ਰਿਹਾ ਸੀ ਕਿ ਅਸੀਂ ਕੁਝ ਨਹੀਂ ਕੀਤਾ, ਨੌਦੀਪ ਨੇ ਮੈਡੀਕਲ ਨਹੀਂ ਕਰਵਾਇਆ ਕਿਉਂਕਿ ਉਹ ਠੀਕ ਠਾਕ ਆ, ਹਾਲਾਂਕਿ ਮੈਂ ਤਾਂ ਚੱਲਿਆ ਤੱਕ ਨਹੀਂ ਸੀ ਜਾ ਰਿਹਾ। ਤਾਂ ਇਹ ਤਾਂ ਦਿਖ ਰਿਹਾ ਸਾਫ਼-ਸਾਫ਼ ਜਿਹੜੀ ਸਰਕਾਰ ਆ ਪੁਲਿਸ ਦਾ ਟੂਲ ਆ, ਲਗਾਤਾਰ ਸਰਕਾਰ ਇਹਨੇ ਤਸ਼ੱਦਦ ਕਰਦੀ ਆ, ਲਗਾਤਾਰ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ, ਲਗਾਤਾਰ ਉਹਨਾਂ ਦਾ ਮਾਮਲਾ ਜਿਹੜਾ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿਸ ਤਰੀਕੇ ਤੁਹਾਡੇ 307 ਵਰਗੇ ਮਾਮਲੇ, 269 ਵਰਗੀਆਂ ਜਾਂ 188 ਚਲੋ ਕਰੋਨਾ ਦੀਆਂ ਧਾਰਾਵਾਂ ਲਾਈਆਂ, ਉਸ ਟਾਈਮ ਤੁਹਾਨੂੰ ਕਿੱਦਾਂ ਦਾ ਲੱਗਿਆ ਵੀ ਤੁਹਾਡੇ ਮਨ 'ਚ ਕੋਈ ਡਰ ਵੀ ਹੁਣ ਮੇਰਾ ਕੀ ਬਣੇਗਾ? ਕਿਉਂਕਿ 307 ਵਰਗੀ ਧਾਰਾ ਦੇ ਉੱਤੇ ਛੇਤੀ ਕਿਤੇ ਜ਼ਮਾਨਤ ਨਹੀਂ ਹੁੰਦੀ। ਤੁਹਾਡੇ ਤੇ 3 ਪਰਚੇ ਸੀ, ਤਿੰਨਾਂ ਦੀ ਚਲੋ ਜ਼ਮਾਨਤ ਹੋਈ, ਸਮਾਂ ਲੱਗਿਆ, 1 ਮਹੀਨੇ ਦਾ ਸਮਾਂ ਲੱਗਿਆ, ਪਰ ਤੁਹਾਨੂੰ ਉਸ ਵਕਤ ਤੁਹਾਡੇ ਮਨ 'ਚ ਕੋਈ ਡਰ? ਕਿਉਂਕਿ ਉਸ ਟਾਈਮ ਕੋਈ ਨਾਲ ਨਹੀਂ ਸੀ, ਤੁਸੀਂ ਇਕੱਲੇ ਇੱਕ ਫੀਮੇਲ ਮੈਂਬਰ ਸੀ। ਦੇਖੋ ਜੀ, ਹਰ ਇੱਕ ਇਨਸਾਨ ਦੇ ਅੰਦਰ ਇੱਕ ਡਰ ਹੁੰਦਾ। ਉਹ ਡਰ ਕਿਤੇ ਨਾ ਕਿਤੇ ਬਹੁਤ ਥੋੜਾ ਮੇਰੇ ਵੀ ਅੰਦਰ ਵੀ ਸੀ, ਪਰ ਇੰਨਾ ਨਹੀਂ ਸੀ ਕਿ ਮੈਂ ਆਪਦਾ ਹੌਸਲਾ ਹੀ ਹਾਰ ਦੇਵਾਂ। ਕਿਉਂਕਿ ਮੈਨੂੰ ਇਹ ਉਮੀਦ ਸੀ ਕਿਤੇ ਨਾ ਕਿਤੇ ਕਿ ਜਿਨ੍ਹਾਂ ਲੋਕਾਂ ਲਈ ਮੈਂ ਕੰਮ ਕੀਤਾ ਉਹ ਮੈਨੂੰ ਛੁਡਾਉਣ ਦੀ ਕੋਸ਼ਿਸ਼ ਕਰਨਗੇ। ਕਿਉਂਕਿ ਜਦੋਂ ਕੁੰਡਲੀ ਥਾਣੇ ਵਿੱਚ ਮੈਨੂੰ ਕੁੱਟਿਆ ਜਾ ਰਿਹਾ ਸੀ ਉਦੋਂ ਕਾਫੀ ਲੋਕ ਇਕੱਠਾ ਹੋ ਕੇ ਆਏ ਸੀ ਰਿਹਾਈ ਦੇ ਲਈ। ਉਦੋਂ ਉਮੀਦ ਸੀ ਸ਼ਾਇਦ ਮੈਂ ਬਹੁਤ ਜਲਦੀ ਰਿਹਾ ਹੋ ਜਾਵਾਂ, ਪਰ ਮੈਨੂੰ ਪਤਾ ਨਹੀਂ ਸੀ ਮੇਰੇ 'ਤੇ ਕੀ ਲਾ ਦਿੱਤਾ ਗਿਆ। ਜਦੋਂ ਮੈਂ ਜੇਲ੍ਹ ਦੇ ਅੰਦਰ ਗਈ ਮੈਨੂੰ ਦੱਸਿਆ ਗਿਆ ਕਿ 307 ਲਾਇਆ ਗਿਆ, ਜਬਰਨ ਸੂਲੀ ਲਗਾਇਆ ਗਿਆ, ਸਨੈਚਿੰਗ ਲਗਾਇਆ ਗਿਆ, ਪੁਲਿਸ ਵਾਸਤੇ ਹੱਥਾਪਾਈ ਦਾ ਲਗਾਇਆ ਗਿਆ। ਤਾਂ ਉਹ ਤੋਂ ਐਂ ਲੱਗ ਰਿਹਾ ਸੀ ਕਿ ਸ਼ਾਇਦ ਮੈਂ ਬਾਹਰ ਨਿਕਲ ਸਕਦੀ। ਤਾਂ ਪਰ ਇਹ ਦੇਖਿਆ ਜਾਵੇ ਕਿ ਲਗਾਤਾਰ ਜਦੋਂ ਅੰਦੋਲਨ ਹੁੰਦੇ ਨੇ ਤਾਂ ਉਹਦੇ ਵਿੱਚ ਬਲੀਦਾਨ ਦੇਣੇ ਹੀ ਪੈਂਦੇ ਨੇ, ਬਿਨਾਂ ਬਲੀਦਾਨ ਤੇ ਕੁਛ ਨਹੀਂ ਸਾਨੂੰ ਮਿਲਦਾ ਹੈਗਾ। ਤਾਂ ਕਿਤੇ ਨਾ ਕਿਤੇ ਲੱਗਿਆ ਵੀ ਅਸੀਂ ਵੀ ਉਸ ਬਲੀਦਾਨ ਦਾ ਹਿੱਸਾ ਬਣ ਰਹੇ ਹਾਂ। ਅਸੀਂ ਲਗਾਤਾਰ, ਮੈਨੂੰ ਐਂ ਲੱਗਦਾ ਹੁੰਦਾ ਸੀ ਕਿ ਸ਼ਾਇਦ ਜਿਹੜੇ ਜੇਲ੍ਹਾਂ ਦੇ ਵਿੱਚ ਨੇ ਸ਼ਾਇਦ ਉਹ ਸਹੀ ਹੀ ਹੋਣੇ ਆ, ਸਹੀ ਕੀਤੇ ਸਰਕਾਰ ਨੇ। ਪਰ ਜਦੋਂ ਮੈਨੂੰ ਫੜਿਆ ਗਿਆ ਤਾਂ ਮੈਨੂੰ ਰਿਅਲਾਈਜ਼ ਹੋਇਆ ਕਿ ਸਰਕਾਰ ਲਗਾਤਾਰ ਧੱਕੇ ਕਰ ਰਹੀ ਆ, ਜਿਨ੍ਹਾਂ ਤੇ UAP NSA ਲੱਗਿਆ ਉਹ ਧੱਕਾ ਹੈ। ਤਾਂ ਉਹ ਲਗਾਤਾਰ ਸਰਕਾਰ, ਤੁਸੀਂ ਇਹ ਮੰਨਦੇ ਹੋ ਕਿਤੇ ਨਾ ਕਿਤੇ ਕਿਸਾਨੀ ਜਿਹੜਾ ਅੰਦੋਲਨ ਚੱਲ ਰਿਹਾ ਸੀ ਉਹਦੀ ਤੁਹਾਨੂੰ ਇੱਕ ਪੁਰਜ਼ੋਰ ਸਪੋਰਟ ਵੀ ਮਿਲੀ ਜਿਹਦੇ ਕਰਕੇ ਅੱਜ ਤੁਸੀਂ ਬਾਹਰ ਹੋ ਸਕਦਾ ਅਗਰ ਉਹ ਅੰਦੋਲਨ ਨਾ ਚੱਲ ਰਿਹਾ ਹੁੰਦਾ ਤਾਂ ਤੁਸੀਂ ਕੁੰਡਲੀ ਦੇ ਵਿੱਚ ਉਸੇ ਮਜ਼ਦੂਰਾਂ ਦੀ ਲੜਾਈ ਲੜ ਰਹੇ ਹੁੰਦੇ ਤਾਂ ਅੱਜ ਸ਼ਾਇਦ ਤੁਹਾਡਾ ਜੇਲ੍ਹ ਤੋਂ ਬਾਹਰ ਆਉਣਾ ਬਹੁਤ ਮੁਸ਼ਕਿਲ ਹੁੰਦਾ। ਬਿਲਕੁਲ ਮੁਸ਼ਕਿਲ ਹੁੰਦਾ, ਕਿਉਂਕਿ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਸੈਡੀਸ਼ਨ ਚਾਰਜ ਲਗਾਏ ਨੇ ਹੋਰ ਵੀ ਲੋਕਾਂ ਤੇ, ਉਹ ਅੱਜ ਵੀ ਜੇਲ੍ਹਾਂ ਦੇ ਵਿੱਚ ਬੰਦ ਨੇ, ਉਹਨਾਂ ਦੀ ਅੱਜ ਵੀ ਆਵਾਜ਼ ਨਹੀਂ ਚੁੱਕੀ ਗਈ। NSA UAP ਜਾਂ ਹੋਰ ਵੀ ਦੇਸ਼ ਧਰੋਹੀ ਦੇ ਮਾਮਲੇ ਜਿਹੜੇ ਦਰਜ ਕੀਤੇ ਨੇ ਉਹ ਅੱਜ ਵੀ ਜੇਲ੍ਹਾਂ ਦੇ ਵਿੱਚ ਆ। ਕਿਸਾਨ ਅੰਦੋਲਨ ਕਰਕੇ ਮੁੱਦਾ ਹਾਈਲਾਈਟ ਹੋਇਆ ਜਾਂ ਫਿਰ ਉਹਨਾਂ ਲੋਕਾਂ ਕਰਕੇ ਮੁੱਦਾ ਹਾਈਲਾਈਟ ਹੋਇਆ ਜਿਨ੍ਹਾਂ ਨੇ ਜਿਹੜੇ ਇਹੋ ਜਿਹੇ ਪੱਤਰਕਾਰ ਸੀ ਜਿਨ੍ਹਾਂ ਨੇ ਪਹਿਲਾਂ ਵੀ ਕਵਰੇਜ ਕੀਤੀ ਸੀਗੀ, ਜਿਨ੍ਹਾਂ ਨੇ ਪਹਿਲਾਂ ਵੀ ਮੇਰੀ ਕੁਛ ਬਾਈਟਸ ਵਗੈਰਾ ਲਈਆਂ ਸੀਗੀਆਂ। ਉਹਨਾਂ ਲੋਕਾਂ ਨੇ ਦੇਸ਼ ਤੋਂ ਵਿਦੇਸ਼ਾਂ ਵਿੱਚ ਆਵਾਜ਼ ਚੁੱਕੀ ਤੇ ਕਾਫੀ ਲੋਕਾਂ ਦੀ ਸਪੋਰਟ ਦੀ ਵਜ੍ਹਾ ਕਰਕੇ ਮੈਂ ਬਾਹਰ ਆ ਪਾਈ ਹਾਂ, ਵਰਨਾ ਮੈਂ ਨਹੀਂ ਬਾਹਰ ਆ ਸਕਦੀ ਸੀ। ਮਨਦੀਪ ਪੁਨੀਆ ਜੀ ਨੇ ਵੀ ਤੁਹਾਡੀ ਸਟੋਰੀ ਲਿਖੀ ਸੀ ਟਰਾਲੀ ਟਾਈਮਸ ਦੇ ਵਿੱਚ ਵੀ, ਉਸ ਤੋਂ ਇਲਾਵਾ ਵੀ ਉਹਨਾਂ ਦਾ ਜਿਹੜਾ ਆਪਣਾ ਮੈਗਜ਼ੀਨ ਸੀ ਉਹ 'ਚ ਵੀ ਲਿਖਿਆ ਸੀ। ਤੋਂ ਬਾਅਦ ਮਨਦੀਪ ਪੁਨੀਆ ਜੀ ਨੂੰ ਵੀ ਅਰੈਸਟ ਹੋਇਆ। ਤੁਸੀਂ ਮੰਨਦੇ ਹੋ ਕਿਤੇ ਨਾ ਕਿਤੇ ਕਿ ਆਮ ਲੋਕਾਂ ਨੂੰ ਦਬਾਉਣ ਦੇ ਨਾਲ ਜਿਹੜਾ ਚੌਥਾ ਸਤੰਭ ਮੰਨਿਆ ਜਾਂਦਾ ਮੀਡੀਆ, ਉਹਦੇ ਤੇ ਵੀ ਹਮਲੇ, ਸੋ ਕਿਤੇ ਨਾ ਕਿਤੇ ਤਾਂ ਕਿ ਆਵਾਜ਼ ਬੁਲੰਦ ਨਾ ਹੋਵੇ, ਲੱਗਦਾ ਹੈ ਤਾਂ?
ਬਿਲਕੁਲ, ਕਿਉਂਕਿ ਜੇਕਰ ਸਹੀ ਮੀਡੀਆ ਲੋਕਾਂ ਤੱਕ ਆਵਾਜ਼ ਪਹੁੰਚਾਊਗਾ ਤਾਂ ਲੋਕ ਉੱਠ ਕੇ ਖੜੇ ਹੋਣਗੇ, ਕਿਉਂਕਿ ਮੀਡੀਆ ਇੱਕ ਬਹੁਤ ਵੱਡਾ ਜਿਹੜਾ ਰਸਤਾ ਹੈ ਲੋਕਾਂ ਨੂੰ ਲੈ ਕੇ ਆਉਣ ਦਾ। ਤਾਂ ਉਹ ਲਗਾਤਾਰ ਕੋਸ਼ਿਸ਼ ਕਰਦੇ ਨੇ ਕਿ ਜਿਵੇਂ ਮਨਦੀਪ ਪੁਨੀਆ ਨੇ ਇੱਕ ਰਿਪੋਰਟ ਜ਼ਾਹਿਰ ਕੀਤੀ ਸੀਗੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਜਿਹੜੇ ਲੋਕਲ ਲੋਕ ਕਹਿ ਕੇ ਹਮਲਾ ਕਰਨ ਆਏ ਸੀ ਉਹ ਅਸਲ ਵਿੱਚ ਬੀਜੇਪੀ ਦੇ ਬੰਦੇ ਸੀ, ਉਹਨਾਂ ਦੀ ਸ਼ਨਾਖਤ ਵੀ ਕਰਵਾਈ ਗਈ। ਤਾਂ ਉਹਨਾਂ ਨੇ ਇਹ ਸੀਗਾ ਸੱਚਾਈ ਸਾਹਮਣੇ ਨਾ ਆਵੇ। ਕਈ ਜਗ੍ਹਾਵਾਂ ਤੇ ਮੈਨੂੰ ਸੁਣਨ ਨੂੰ ਮਿਲਿਆ ਕਿ ਐਨਡੀਟੀਵੀ BBC ਜਾਂ ਹੋਰ ਵੀ ਲੋਕਾਂ ਨੇ ਜਿਹੜੇ ਉਹਨਾਂ ਦੇ ਉਹ ਚੈਨਲ ਬੰਦ ਕਰਤੇ ਗਏ ਨੇ। ਮਤਲਬ ਜਿਹੜਾ ਚੰਗਾ ਮੀਡੀਆ ਹੈ, ਜਿਹੜੇ ਜਗਦੇ ਜ਼ਮੀਰਾਂ ਵਾਲਾ ਮੀਡੀਆ ਹੈ, ਉਹਨਾਂ 'ਤੇ ਲਗਾਤਾਰ ਅਟੈਕ ਹੁੰਦਾ ਹੈ। ਉਹ CID ਅੰਦਰ ਜਾਂਦੀ ਹੈ, ਉਹਨੂੰ ਧਮਕੀਆਂ ਦਿੱਤੀਆਂ ਜਾਂਦੀਆਂ, ਮਾਰਿਆ ਕੁੱਟਿਆ ਜਾਂਦਾ ਹੈ, ਜੇਲ੍ਹ ਸਿੱਟਿਆ ਜਾਂਦਾ ਹੈ। ਮਤਲਬ ਮੀਡੀਆ 'ਤੇ ਵੀ ਅਟੈਕ ਕੀਤਾ ਤਾਂ ਕਿ ਉਹ ਅੱਗੇ ਜਿਹੜੀ ਸੱਚ ਦੀ ਆਵਾਜ਼ ਨਾ ਰੱਖ ਪਾਉਣ। ਮੈਂ ਗੱਲ ਕਰਨ ਚਾਹਾਂਗਾ, ਤੁਹਾਡੇ ਇੱਕ ਸਾਥੀ ਸੀ ਰਵੀ ਜੀ, ਸੋ ਜਿਨ੍ਹਾਂ ਨੂੰ ਤੁਹਾਡੇ ਤੋਂ ਬਾਅਦ 'ਚ ਅਰੈਸਟ ਕੀਤਾ ਗਿਆ, ਪਰ ਤੁਸੀਂ ਜਿਸ ਦਿਨ ਬਾਹਰ ਆਏ ਹੋ ਉਸ ਦਿਨ ਤੁਸੀਂ ਦਿੱਲੀ ਦੀ ਸਟੇਜ ਤੋਂ ਬੋਲਿਆ ਕਿ ਉਹਨਾਂ ਦੇ ਨਾਲ ਇੰਨਾ ਤਸ਼ੱਦਦ ਕੀਤਾ ਗਿਆ ਕਿ ਉਹਨਾਂ ਦੀ ਜਿਹੜੀਆਂ ਹੱਡੀਆਂ ਵੀ ਤੋੜ ਦਿੱਤੀਆਂ ਗਈਆਂ, ਮੈਂ ਨਹੁੰ ਖਿੱਚ ਲਏ ਗਏ ਨੇ। ਸੋ ਤੁਹਾਡੀ ਉਹਨਾਂ ਨਾਲ ਮੁਲਾਕਾਤ ਹੋਈ ਜਾਂ ਉਹਨਾਂ ਨੂੰ ਛਡਾਉਣ ਵਾਸਤੇ ਤੁਸੀਂ ਕੀ ਉਪਰਾਲੇ ਕਰ? ਦੇਖੋ, ਸ਼ਿਵ ਕੁਮਾਰ ਹੈ ਜੋ ਮੇਰੇ ਤੋਂ ਬਾਅਦ ਚੱਕੇ ਗਏ ਸੀਗੇ। ਮੈਂ 12 ਤਰੀਕ ਨੂੰ ਅਰੈਸਟ ਕੀਤਾ, ਪਰ ਸ਼ਿਵ ਕੁਮਾਰ ਨੂੰ ਅਵੈਧ ਤਰੀਕੇ ਦੇ ਨਾਲ ਮੂੰਹ ਤੇ ਕੱਪੜਾ ਬੰਨ੍ਹ ਕੇ ਦੋਨੋਂ ਤਰਫ ਤੇ ਮਤਲਬ ਪਿਸਟਲ ਰੱਖ ਕੇ ਉਹਨੂੰ ਫੜਿਆ ਗਿਆ ਸੀ। ਉਹਦੇ ਨਾਲ ਇੰਨਾ ਜ਼ਿਆਦਾ ਟੌਰਚਰ ਹੋਇਆ, ਕਿਸੇ ਨੂੰ ਪਤਾ ਨਹੀਂ ਸ਼ਿਵ ਕੁਮਾਰ ਕਿੱਥੇ ਆ। ਉਹਦੇ ਮਲਟੀਪਲ ਫ੍ਰੈਕਚਰ ਸੀਗੇ, ਉਹਦੀਆਂ ਉਂਗਲਾਂ ਟੁੱਟੀਆਂ ਹੋਈਆਂ ਸੀਗੀਆਂ। ਅੱਜ ਵੀ ਉਹ ਇੱਥੇ ਮੌਜੂਦ ਨੇ, ਜਿਨ੍ਹਾਂ ਦੇ ਨੇਲ ਤੋਂ ਦੇਖ ਕੇ ਪਤਾ ਲੱਗ ਸਕਦਾ ਕਿ ਕਿਸ ਤਰੀਕੇ ਦੇ ਨਾਲ ਟੌਰਚਰ ਹੋਇਆ ਹੈ। ਬਿਲਕੁਲ ਜੀ, ਨਾਲ ਨੇ। ਸੋ ਦੇਖੋ, ਇਹੀ ਇੱਕ ਗੱਲ ਹੈ ਕਿ ਜਿਹੜੀ ਆਵਾਜ਼ ਚੱਕਣੀ, ਹੱਕ ਮੰਗਣਾ ਜੁਰਮ ਹੈ। ਬਿਲਕੁਲ, ਜੇਕਰ ਸਰਕਾਰ ਦੇ ਤਰੀਕੇ ਨਾਲ ਦੇਖਿਆ ਜਾਵੇ ਤਾਂ ਜੁਰਮ ਆ, ਜੇਕਰ ਲੋਕਾਂ ਦੇ ਤਰੀਕੇ ਨਾਲ ਦੇਖਿਆ ਜਾਵੇ ਤਾਂ ਉਹ ਜਨਤਾ ਦੇ ਹੀਰੋ ਨੇ। ਪਰ ਆਪਦੇ ਹੱਕ ਦੀ ਆਵਾਜ਼ ਚੁੱਕਣਾ ਜੁਰਮ ਹੀ ਹੈਗਾ, ਜਿਹਨੂੰ ਦੇਸ਼ ਧਰੋਹੀ ਕਹਿ ਦਿੰਦੇ ਨੇ ਸਾਡੀ ਸਰਕਾਰ। ਤੁਹਾਨੂੰ ਅੱਜ ਕਿੱਦਾਂ ਦਾ ਲੱਗਦਾ ਵੀ ਨੌਦੀਪ, ਜਿਹਨੂੰ ਕੋਈ ਵੀ ਸ਼ਾਇਦ ਜਾਣਦਾ ਨਹੀਂ ਸੀ, ਅੱਜ ਨੌਦੀਪ ਨੂੰ ਸਾਰੀ ਦੁਨੀਆ ਜਾਣਦੀ ਆ। ਸੋ ਨੌਦੀਪ ਇਦਾਂ ਹੀ ਲੜਦੀ ਰਹੇਗੀ? ਬਿਲਕੁਲ, ਕਾਫੀ ਲੋਕਾਂ ਦੀਆਂ ਉਮੀਦਾਂ ਨੇ ਮੈਨੂੰ ਲੈ ਕੇ। ਕਾਫੀ ਲੋਕ ਇਹ ਬੋਲ ਰਹੇ ਨੇ ਕਿ ਨੌਦੀਪ ਜੋ ਲੜਾਈ ਤੂੰ ਸ਼ੁਰੂ ਕੀਤੀ ਆ ਉਹਨੂੰ ਲਾਸਟ ਤੱਕ ਲੈ ਕੇ ਜਾ, ਤੂੰ ਉਹਨਾਂ ਲੋਕਾਂ ਦੀ ਆਵਾਜ਼ ਬਣ ਜਿਨ੍ਹਾਂ ਲੋਕਾਂ ਦੀ ਕੋਈ ਆਵਾਜ਼ ਨਹੀਂ ਬਣ ਰਿਹਾ। ਮਜ਼ਦੂਰਾਂ ਦੀ ਆਵਾਜ਼ ਬਹੁਤ ਘੱਟ ਲੋਕ ਬਣ ਰਹੇ ਨੇ, ਮਜ਼ਦੂਰਾਂ ਨੂੰ ਦਬਾ ਦਿੱਤਾ ਜਾਂਦਾ ਹੈ, ਮਹਿਲਾਵਾਂ ਨੂੰ ਦਬਾ ਦਿੱਤਾ ਜਾਂਦਾ ਹੈ। ਤਾਂ ਜਿਨ੍ਹਾਂ ਲੋਕਾਂ ਨੇ ਉਮੀਦ ਕੀਤੀ ਹੈ ਮੇਰੇ ਤੋਂ, ਤਾਂ ਉਹਨਾਂ ਲੋਕਾਂ ਦੀਆਂ ਉਮੀਦਾਂ ਲਈ ਮੈਨੂੰ ਆਪਦੀ ਕਪੈਸਿਟੀ ਵਧਾਉਣੀ ਪੈਣੀ ਆ, ਦਿਨ ਰਾਤ ਮੈਨੂੰ ਕੰਮ ਕਰਨਾ ਪੈਣਾ, ਤੇ ਉਹ ਉਮੀਦਾਂ 'ਤੇ ਮੈਂ ਖਰਾ ਉਤਰਨ ਦੀ ਬਿਲਕੁਲ ਕੋਸ਼ਿਸ਼ ਕਰੂੰਗੀ। ਉਹਦੇ ਲਈ ਕੁਝ ਉਪਰਾਲੇ ਕਰ ਰਹੇ ਹੋ? ਬਿਲਕੁਲ ਜੀ, ਉਪਰਾਲੇ ਕਰ ਰਹੇ ਹਾਂ। ਅਸੀਂ ਹੁਣ ਜਾਗਰੂਕਤਾ ਫੈਲਾਉਣ ਲਈ ਜਿਹੜੇ ਮਜ਼ਦੂਰਾਂ ਦੇ ਅੰਦਰ ਜਾਵਾਂਗੇ, ਕੈਂਪੇਨ ਕਰਾਂਗੇ ਪਿੰਡਾਂ ਦੇ ਵਿੱਚ ਵੀ, ਸ਼ਹਿਰਾਂ ਦੇ ਵਿੱਚ ਵੀ, ਤਾਂ ਕਿ ਮਜ਼ਦੂਰ ਵੀ ਨਿਕਲ ਕੇ ਅੱਗੇ ਆਉਣ। ਸੋ ਬਿਲਕੁਲ ਨੌਦੀਪ ਜੀ ਨੇ ਬੜੇ ਆਪਣੇ ਖੁਲਾਸੇ ਕੀਤੇ ਨੇ ਕਿ ਕਿਸ ਤਰੀਕੇ ਨਾਲ ਉਸ ਟਾਈਮ ਦੀ ਜਿਹੜੀ ਮੌਕੇ ਦੀ ਪੁਲਿਸ ਸੀ, ਕਿੱਦਾਂ ਤਸ਼ੱਦਦ ਕੀਤਾ, ਕਿੱਦਾਂ ਸੁਨਸਾਨ ਜਗ੍ਹਾ ਦੇ ਵਿੱਚ ਖੜ ਕੇ ਇਹਨਾਂ ਨੂੰ ਕੁੱਟਿਆ ਵੀ। ਸੋ ਕੁਝ ਵੀ ਘਟਨਾਕ੍ਰਮ ਹੋ ਸਕਦਾ ਸੀ। ਸੋ ਇਹ ਆ ਸਾਡੀ ਸਰਕਾਰਾਂ ਦਾ ਅਸਲ ਸੱਚ, ਚਾਹੇ ਉਹ ਪੁਲਿਸ ਹੈ, ਚਾਹੇ ਉਹ ਸਰਕਾਰ ਆ ਸੱਤਾਧਾਰੀ। ਸੋ ਕਿਸ ਤਰੀਕੇ ਨਾਲ ਮਜ਼ਦੂਰਾਂ ਨੂੰ, ਕਾਮਗਾਰ ਲੋਕਾਂ ਨੂੰ ਦਬਾਇਆ ਜਾਂਦਾ, ਉਹਨਾਂ ਦੀ ਆਵਾਜ਼ ਨੂੰ ਕਿੱਦਾਂ ਦਬਾਇਆ ਜਾਂਦਾ, ਤੇ ਇੰਡਸਟਰੀਲਿਸਟ ਕਿਸ ਤਰੀਕੇ ਨਾਲ ਇਹ ਫਾਇਦਾ ਚੁੱਕਦੇ ਨੇ ਮੌਕੇ ਦੀਆਂ ਸਰਕਾਰਾਂ ਦਾ। ਜੁੜੇ ਰਹੋ ਨੇਸ਼ਨ ਪੋਸਟ ਨਾਲ।